हाँ जी, सत श्री अकाल जी। ਅੱਜ ਮੈਂ ਆਇਆ ਹੋਇਆ ਰੋਬੀ ਦੇ ਕੋਲੇ ਤੇ ਇੱਕ ਬੜੇ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ। ਤੁਹਾਨੂੰ ਪਤਾ ਹੀ ਹੋਣਾ ਕਿ ਰੋਬੀ ਦੀ ਬੇਟੀ ਪਿੱਛੇ ਜੇ ਕਾਰ ਦੇ ਥੱਲੇ ਆ ਗਈ ਸੀ। ਉਮੀਦ ਛੋਟੀ ਜਿਹੀ ਧੀ ਧਿਆਣੀ ਹੈਗੀ ਹੈ, ਤਕਰੀਬਨ 14-15 ਮਹੀਨਿਆਂ ਦੀ, ਤੇ ਉਸ ਦੇ ਵਿੱਚ ਬਹੁਤ ਮਹੱਤਵਪੂਰਨ ਗੱਲਬਾਤ ਸੀਗੀ, ਸ਼ੇਅਰ ਕਰਨ ਵਾਲੀ, ਜਾਣਕਾਰੀ ਸੀਗੀ ਦੇਣ ਵਾਲੀ, ਤੇ ਉਹ ਰੋਬੀ ਦੇ ਨਾਲ ਹੀ ਗੱਲ ਕਰਦੇ ਹਾਂ। ਰੋਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਉਮੀਦਾਂ ਹੁਣ? ਉਮੀਦ ਠੀਕ ਆ ਜੀ। ਉਹ ਤਾਂ ਰਿਕਵਰ ਕਰ ਗਈ ਆ। ਸਾਈਕੋਲੋਜੀਕਲੀ ਥੋੜ੍ਹਾ ਬਹੁਤਾ ਡਰਦੀ ਆ, ਪਹਿਲਾਂ ਉਹਨਾਂ ਡਰਦੀ ਨਹੀਂ ਸੀਗੀ। ਹੁਣ ਛੋਟੀ ਜਿਹੀ ਚੀਜ਼ ਤੋਂ ਜਿੱਦਾਂ ਉਹ ਕੋਈ ਵੀ ਜੇ ਕੋਈ ਚੀਜ਼ ਚੱਕਦੀ ਹੈਗੀ, ਥੋੜ੍ਹਾ ਜਿਹਾ ਵੀ ਵਜਨ ਆ ਜਾਏ ਉਂਗਲ 'ਤੇ ਤਾਂ ਉਹਨੂੰ ਡਰ ਲੱਗਦਾ। ਪਹਿਲਾਂ ਉਹ ਚੀਜ਼ਾਂ ਤੋਂ ਨਹੀਂ ਡਰਦੀ ਸੀ, ਉਹਦੇ ਅੰਦਰ ਡਰ ਬੈਠਿਆ ਹੋਇਆ। ਠੀਕ ਹੈ। ਹਾਂ, ਪਰ ਅਸੀਂ ਵੀ ਥੋੜ੍ਹਾ ਸਫਰ ਕਰ ਰਹੇ ਹਾਂ ਉਸ ਹੋਰ ਪੂਰੀ ਸਿਚੁਏਸ਼ਨ ਤੋਂ। ਆਪਾਂ ਨਾ ਉਹ ਪੋਜੀਸ਼ਨ ਵਿਖਾ ਦਈਏ ਆਪਣੇ ਮਿੱਤਰ ਪਿਆਰਿਆਂ ਨੂੰ, ਜਿਹੜੀ ਪੋਜੀਸ਼ਨ ਦੇ ਵਿੱਚ ਉਮੀਦ ਕਾਰ ਥੱਲੇ ਆਈ ਸੀਗੀ। ਉਹ SUV ਸੀਗੀ ਗੱਡੀ ਕਿਹੜੀ ਸੀ? ਹਾਂ, ਉਹ ਆਲਮੋਸਟ ਇਸੇ ਸਾਈਜ਼ ਦੀ ਗੱਡੀ ਸੀ। ਉਸ ਨੂੰ ਮੈਂ ਟਾਇਰ ਦਾ ਉਹਦਾ ਜਿਹੜਾ ਸਿਰ ਸੀਗਾ ਮੈਂ ਇੱਥੋਂ ਪਿਕ ਕੀਤਾ ਸੀਗਾ। ਇਸ ਟਾਇਰ ਦੇ ਜਿਹੜੇ ਲਾਸਟ ਟਾਇਰ ਹੈਗਾ ਉਹਦੇ ਇੱਥੇ ਸੀ ਉਹ। ਅੱਛਾ। ਹਾਂ, ਇੱਥੇ ਉਹਦਾ ਸਿਰ ਸੀਗਾ ਔਰ ਸਿਰ ਤੇ ਉਹਦੇ ਤੇ ਜਿਹੜਾ ਰਬ ਕਰ ਰਿਹਾ ਸੀਗਾ, ਮਤਲਬ ਟਾਇਰ ਉਹਦੇ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਿਰ ਦੇ ਉੱਪਰ, ਤੇ ਸਲਿੱਪ ਕਰ ਰਿਹਾ ਸੀ ਟਾਇਰ ਉਹਦੇ ਸਿਰ ਦੇ ਉੱਪਰ। ਅੱਛਾ। ਤੇ ਉਹ ਪਹਿਲਾਂ ਉਹਦੇ ਇੱਥੇ ਬਰੂਸ ਹੋਇਆ ਤੇ ਅੰਦਰ ਉਹਦੇ ਆਰਗਨਸ ਨੂੰ ਇੰਪੈਕਟ ਕੀਤਾ, ਤੇ ਉਹ ਸਲਿੱਪ ਕਰਦਾ ਉਹਦੇ ਜਦੋਂ ਇੱਥੇ ਬੋਡੀ ਤੇ ਟਾਇਰ ਚੜਿਆ ਹੋਣਾ ਤਾਂ ਉਹ ਟਾਇਰ ਨੇ ਸਲਿੱਪ ਕਰਕੇ ਉਸ ਨੂੰ ਬਾਹਰ ਕੱਢ ਦਿੱਤਾ। ਜਿਹੜੀ ਗੱਲ ਜ਼ਿਆਦਾ ਇੰਪੋਰਟੈਂਟ ਆ, ਸਾਡੀ ਉਹ ਬੱਚੀ ਫਿਜ਼ੀਕਲੀ ਬਹੁਤ ਐਕਟਿਵ ਤੇ ਫਾਸਟ ਆ। ਸੋ ਅੱਖ ਦੇ ਝਪੱਕੇ ਨਾਲ ਉਹ ਕਿਤੇ ਦੀ ਕਿਤੇ ਲੰਘ ਜਾਂਦੀ ਆ। ਸੋ ਅਸੀਂ ਤਿੰਨੋਂ ਜਾਣੇ ਕੋਲ ਸੀ, ਸਾਡੇ ਤਿੰਨਾਂ ਦੇ ਕੋਲ ਬੈਠੇ ਮੈਂ, ਮੇਰੀ ਵਾਈਫ ਤੇ ਮੇਰਾ ਬੇਟਾ, ਅਸੀਂ ਤਿੰਨੋਂ ਹੀ ਕੋਲ ਸੀ। ਸਾਡੇ ਕੋਲ ਬੈਠਿਆਂ ਇਹ ਹਾਦਸਾ ਵਾਪਰ ਗਿਆ। ਇਹ ਕਿੱਦਾਂ ਵਾਪਰਿਆ? ਅਸਲ ਦੇ ਵਿੱਚ ਮੈਂ ਜਿੱਦਾਂ ਇਹ ਗੱਡੀ ਜਿਹੜੀ ਤੇ ਐਕਸੀਡੈਂਟ ਹੋਇਆ ਹੋਵੇ ਤੇ ਜਿੱਥੇ ਤੁਸੀਂ ਖੜੇ ਹੋ ਇੱਥੇ ਮੈਂ ਗੱਡੀ ਦੇ ਵਿੱਚ ਆਪਣੀ ਗੱਡੀ ਮੇਰੀ ਬੈਕ ਪਾਰਕ ਕੀਤੀ ਹੋਈ ਸੀ, ਤੇ ਉਸ ਗੱਡੀ ਦੇ ਵਿੱਚ ਮੈਂ ਪਿਛਲੀ ਸੀਟ ਤੇ ਮੈਂ ਤੇ ਮੇਰੇ ਬੇਟਾ TV ਐਡਜਸਟ ਕਰਕੇ ਰੱਖਣ ਲੱਗੇ ਹੋਏ ਸੀ। ਅਸੀਂ ਮੂਵ ਹੋ ਰਹੇ ਸੀ ਪੁਰਾਣੇ ਘਰ ਚੋਂ ਇਸ ਘਰ ਦੇ ਵਿੱਚ, ਤੇ ਮੇਰੀ ਇਸ ਕਾਰ ਵੱਲ ਪਿੱਠ ਸੀ, ਤੇ ਮੇਰੇ ਬੇਟੇ ਨੂੰ ਇਹ ਕਾਰ ਤਾਂ ਨਹੀਂ ਦਿਸ ਰਹੀ ਸੀ ਕਿਉਂਕਿ ਮੂਹਰੇ ਮੈਂ ਸੀਗਾ। ਠੀਕ ਹੈ। ਸੋ ਸਾਨੂੰ ਤਾਂ ਪਤਾ ਨਹੀਂ ਸੀਗਾ ਕੀ ਹੋ ਰਿਹਾ, ਤੇ ਇਹ ਅੰਦਰ ਇੱਥੋਂ ਜਿੱਦਾਂ ਕਾਰ ਤੋਂ ਲਾ ਲਓ ਵੀ ਤੁਸੀਂ 10 ਮੀਟਰ ਦੇ ਫਰਕ ਤੇ ਅੰਦਰ ਮੇਰੇ ਵਾਈਫ ਦੇ ਕੋਲ ਬੈਠੇ ਅੰਗੂਰ ਖਾਈ ਜਾ ਰਹੀ ਸੀ, ਬੈਠੀ ਕੌਲੀ ਦੇ ਵਿੱਚ ਅੰਗੂਰ ਪਾ ਕੇ ਦਿੱਤੇ ਹੋਏ ਸੀ। ਤੇ ਉਸ ਦਿਨ ਈਸਟਰ ਸੀਗਾ, ਈਸਟਰ ਦਾ ਦਿਨ ਸੀਗਾ। ਤੇ ਉਹ ਜਿਹੜੀ ਸਾਡੀ ਗੁਆਂਢਣ ਗੋਰੀ ਸੀਗੀ ਉਹ ਨਾਈਟ ਸ਼ਿਫਟ ਤੇ ਜਾਂਦੀ ਆ, ਤੇ ਸਵੇਰੇ ਆ ਕੇ ਉਹ 7 ਵਜੇ ਸੌਂ ਜਾਂਦੀ ਆ, ਤੇ ਰਾਤ ਨੂੰ ਉਹ 7-8 ਵਜੇ ਉੱਠ ਕੇ ਫਿਰ ਜੌਬ ਤੇ ਜਾਂਦੀ ਆ, ਤੇ ਦਿਨੇ ਉਹਦੀ ਕਾਰ ਉੱਥੇ ਖੜੀ ਹੁੰਦੀ ਆ। ਉਹ ਅਚਾਨਕ ਉਹਨੇ ਈਸਟਰ ਸੰਡੇ ਕਰਕੇ ਉਹਨੇ ਜਾਣਾ ਹੋਊਗਾ, ਤਾਂ ਕਰਕੇ ਉਹਨੇ ਗੱਡੀ 'ਚ ਬੈਠੀ ਹੋਣੀ ਆ। ਤੇ ਉਸ ਤੋਂ ਪਹਿਲਾਂ, ਉਸ ਦੇ ਆਉਣ ਤੋਂ ਪਹਿਲਾਂ ਮੋਰਨਿੰਗ ਅਰਲੀ ਹੋਰ ਗੁਆਂਢੀਆਂ ਦੇ ਬੱਚੇ ਤੇ ਸਾਡੇ ਬੱਚੇ, ਉਹਨਾਂ ਨੇ ਨਾ ਈਸਟਰ ਐਗਜ਼ ਛੁਪਾਤੇ। ਉਹ ਈਸਟਰ ਐਗਜ਼ ਜਿਹੜੇ ਹੁੰਦੇ ਨੇਗੇ ਉਹ ਚਾਕਲੇਟ ਦੇ, ਉਹ ਤੇ ਅੰਗੂਰ ਦਾ ਸਾਈਜ਼ ਇੱਕੋ ਜਿਹਾ ਹੁੰਦਾ। ਠੀਕ ਹੈ। ਸੋ ਹੁਣ ਉਹ ਸਾਹਮਣੇ ਛੁਪਾਏ, ਤੇ ਜਿਹੜੇ ਬੱਚੇ ਦੂਸਰੇ ਸੀਗੇ, ਜਿਹੜੇ ਵੱਡੇ ਸੀਗੇ, ਉਹ ਬੱਚੇ ਉੱਥੋਂ ਚੱਕ ਕੇ ਤੇ ਨਾਲ ਹੀ ਮੇਰੀ ਬੇਟੀ ਨੂੰ ਵੀ ਖਾਣ ਨੂੰ ਦੇ ਰਹੇ ਸੀ। ਸੋ ਉਹਨੇ, ਜੋ ਅਸੀਂ ਅਜ਼ਿਊਮ ਕਰਦੇ ਆਂਗੇ ਕਿ ਵੀ ਉਸਨੇ ਅੰਗੂਰ ਆਪਣੇ ਖਾ ਲਏ ਹੋਣੇ ਆ, ਤਾਂ ਉਸਨੂੰ ਇਹ ਲੱਗਿਆ ਹੋਣਾ ਕਿ ਵੀ ਅੰਗੂਰ ਮੈਂ ਫੇਰ ਉੱਥੋਂ ਹੀ ਚੱਕ ਕੇ ਲਿਆਵਾਂ ਜਿੱਥੋਂ ਉਹ ਚੱਕ ਕੇ ਲੈ ਕੇ ਆਉਂਦੇ ਸੀ, ਤੇ ਅੰਗੂਰ ਉਸ ਏਰੀਏ, ਉਹ ਈਸਟਰ ਐਗ ਉੱਥੇ ਲੁਕੋਏ ਹੋਏ ਸੀ ਜਿੱਥੇ ਉਹ ਕਾਰ ਸੀ, ਜਿੱਥੇ ਕਾਰ ਖੜੀ ਸੀ, ਸੋ ਉਸ ਏਰੀਏ ਦੇ ਵਿੱਚ। ਸੋ ਉਹ ਜਾਂ ਤਾਂ ਉਹ ਕਰਨ ਗਈ ਹੋਣੀ ਆ, ਤੇ ਜਾਂ ਫਿਰ ਜਦੋਂ ਗੱਡੀ ਸਟਾਰਟ ਹੋਈ ਹੋਣੀ ਆ ਤਾਂ ਉਹਨੂੰ ਇਹ ਨਾ ਲੱਗਿਆ ਹੋਵੇ ਕਿ ਪਾਪਾ ਚੱਲੇ ਨੇ, ਮੈਂ ਤਾਂ ਭੱਜ ਕੇ, ਉਹਨੂੰ ਇਹ ਨਾ ਪਤਾ ਹੋਵੇ ਉਸ ਗੱਡੀ 'ਚ ਪਾਪਾ ਜਾਂ ਇਸ ਗੱਡੀ 'ਚ, ਕੋਈ ਵੀ ਰੀਜ਼ਨ ਹੋਇਆ। ਸੋ ਕਿਉਂਕਿ ਗੱਡੀ ਦੇ ਪਿੱਛੇ ਰਿਸ਼ੀ ਜੀ ਸੈਂਸਰ ਲੱਗੇ ਹੁੰਦੇ ਆ, ਬਟ ਸਾਈਡ ਤੇ ਇੱਥੇ ਕੋਈ ਸੈਂਸਰ ਨਹੀਂ ਹੁੰਦਾ। ਸੋ ਅਸੀਂ ਅਜ਼ਿਊਮ ਕਰ ਰਹੇ ਹਾਂ ਕਿ ਉਹ ਇਸ ਸਾਈਡ ਤੋਂ ਆਈ ਹੋਣੀ ਆ, ਤੇ ਹੋ ਸਕਦਾ ਉਹ ਗਈ ਹੋਵੇ ਕੁਛ ਚੱਕਣ ਥੱਲੋਂ, ਤੇ ਤਾਂ ਉਹ ਟਾਇਰ ਨੇ ਰੋਲ ਕਰ ਲਈ ਹੋਵੇ, ਜਾਂ ਉਸਨੇ ਟਾਇਰ ਨੂੰ ਚੱਲਦੇ ਨੂੰ ਹੱਥ ਪਾ ਲਿਆ ਹੋਵੇ, ਤਾਂ ਟਾਇਰ ਨੇ ਡੇਗ ਲਿਆ ਹੋਵੇ ਥੱਲੇ। ਸੋ ਜਦੋਂ ਮੈਂ ਵੀ ਬੈਠ ਕੇ ਦੇਖਿਆ ਗੱਡੀ ਦੇ ਵਿੱਚ, ਜੇ ਤਾਂ ਤੁਸੀਂ ਬਹੁਤ ਫੋਕਸ ਕਰਕੇ ਤੁਸੀਂ ਦੇਖੋਗੇ ਲੈਫਟ ਹੈਂਡ ਸਾਈਡ ਦੇ ਮਿਰਰ ਨੂੰ, ਕਿਉਂਕਿ ਜਦੋਂ ਤੁਸੀਂ ਗੱਡੀ ਦੇ ਵਿੱਚ ਆ ਕੇ ਬੈਠੋਗੇ ਤੁਸੀਂ ਆਲੇ ਦੁਆਲੇ ਦੇਖੋਗੇ ਕੋਈ ਬੱਚਾ ਹੈ ਨਹੀਂ ਹੈ, ਤਾਂ ਉਦੋਂ ਮੁੜ ਕੇ ਤੁਸੀਂ ਸਡਨਲੀ ਉਹਨਾਂ ਫੋਕਸ ਨਹੀਂ ਕਰੋਗੇ, ਤੁਸੀਂ ਆਰਾਮ ਨਾਲ ਬੈਕ ਕਰੋਗੇ ਗੱਡੀ। ਤੇ ਉਸਨੇ ਦੇਖਿਆ ਤਾਂ ਉਹ ਇੱਥੇ ਤੱਕ ਹੀ ਤੁਸੀਂ ਦੇਖ ਸਕਦੇ ਹੋ, ਹੈ ਨਾ। ਇਟਸ ਡਿਪੈਂਡਸ ਕਿ ਤੁਸੀਂ ਸ਼ੀਸ਼ਾ ਕਿੱਥੇ ਸੈੱਟ ਕੀਤਾ ਹੋਇਆ। ਨੋਰਮਲ ਤੁਸੀਂ ਇਸ ਏਰੀਆ ਨੂੰ ਦੇਖਦੇ ਜੀ, ਬੱਚਾ ਬਹੁਤ ਛੋਟਾ ਗਾ ਤਾਂ ਹੋ ਸਕਦਾ ਉਹ ਉਹਨਾਂ ਦੀ ਵਿਜ਼ੀਬਿਲਿਟੀ 'ਚ ਨਾ ਆਵੇ, ਹੈ ਨਾ। ਅਸੀਂ ਮਤਲਬ ਉਹ ਚੀਜ਼ ਜਿਹੜੀ ਹੋਈ ਆ ਉਸਦੀ, ਤੇ ਉਹਨੇ ਜਦੋਂ ਮੈਂ ਦੇਖਿਆ ਉਦੋਂ ਤੱਕ, ਜਦੋਂ ਮੇਰੇ ਵਾਈਫ ਨੇ ਦੇਖਿਆ ਤਾਂ ਉਹਨੇ ਦੇਖਿਆ ਕਿ ਉਹ ਟਾਇਰ ਉਹਦੇ ਵੱਲ ਵੱਧ ਰਿਹਾ, ਤੇ ਉਹਨੇ ਚੀਕ ਮਾਰੀ, ਤਾਂ ਮੈਂ ਨਾਲ ਦੀ ਨਾਲ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਨਜ਼ਰ ਟਾਇਰ ਤੇ ਉੱਥੇ ਹੀ ਗਈ ਜਿੱਥੇ ਉਹ ਡਿੱਗੀ ਹੋਈ ਸੀ, ਤੇ ਮੈਂ ਉਸਨੂੰ, ਗੋਰੀ ਨੂੰ ਰੋਕਿਆ, ਤੇ ਮੈਂ ਪੈਨਿਕ ਨਹੀਂ ਹੋਇਆ। ਜਦੋਂ ਤੁਹਾਨੂੰ ਪਤਾ ਮੈਂ CPR ਫਸਟ ਏਡ ਵਗੈਰਾ ਦਾ ਟ੍ਰੇਨਿੰਗ ਦਿੰਦੇ ਹਾਂ ਅਸੀਂ,
ਤਾਂ ਮੈਨੂੰ ਸਾਰੇ ਸਕਿੱਲਸ ਮੇਰੀ ਪਾਰਟ ਆਫ ਟ੍ਰੇਨਿੰਗ ਸੀ, ਜਾਂ ਰੋਜ਼ ਅਸੀਂ ਉਹ ਸਿਖਾਉਣੇ ਆ ਸਟੂਡੈਂਟਸ ਨੂੰ, ਤਾਂ ਉਹ ਮੇਰੇ ਨਾਲ ਵਾਪਰ ਰਿਹਾ ਸੀ। ਤਾਂ ਮੈਂ ਪੈਨਿਕ ਨਹੀਂ ਹੋਇਆ, ਬਿਲਕੁਲ ਵੀ ਪੈਨਿਕ ਨਹੀਂ ਹੋਇਆ ਉਸ ਸਟੇਜ ਤੇ। ਤੇ ਉਸ ਤੋਂ ਬਾਅਦ ਮੈਂ ਬੜਾ ਪੇਸ਼ੈਂਸ ਦੇ ਨਾਲ ਉਸ ਨੂੰ ਇਸ਼ਾਰਾ ਕੀਤਾ ਔਰ ਉਸ ਨੂੰ ਮੈਂ ਅੱਗੇ ਗੱਡੀ ਮੂਵ ਕਰਨ ਨੂੰ ਕਿਹਾ, ਤੇ ਉਹਨੇ ਗੱਡੀ ਅੱਗੇ ਮੂਵ ਕੀਤੀ। ਜਦੋਂ ਮੈਂ ਬੱਚੀ ਨੂੰ ਚੱਕਿਆ ਤਾਂ ਉਹ ਨੋਜ਼ ਮਾਊਥ ਸਾਰਾ ਕੁਝ ਬਲੀਡ ਕਰ ਰਿਹਾ ਸੀਗਾ। ਓਕੇ। ਸੋ ਕਾਫੀ ਉਦੋਂ ਸਿਚੁਏਸ਼ਨ ਇਦਾਂ ਦੀ ਸੀ, ਬਟ ਮੈਂ ਉਸ ਟਾਈਮ ਤੇ ਜ਼ਿਆਦਾ ਫਾਦਰ ਨਾਲੋਂ ਇੱਕ ਲਾਈਫ ਸੇਵਰ ਦੇ ਤੌਰ ਤੇ ਐਕਟ ਕਰ ਰਿਹਾ ਸੀ। ਮੇਰਾ ਬ੍ਰੇਨ, ਮੇਰੀ ਬਾਡੀ, ਸਾਰਾ ਕੁਝ। ਰਾਈਟ। ਆਈ ਥਿੰਕ ਦੈਟ ਵਾਸ ਦਾ ਰੀਜ਼ਨ ਕਿ ਅਸੀਂ ਉਸ ਨੂੰ ਬਚਾ ਸਕੇ। ਮੈਂ ਕਾਫੀ ਕੌਨਫੀਡੈਂਟਲੀ ਜਿਹੜੀ ਐਂਬੂਲੈਂਸ ਵਾਲਿਆਂ ਨਾਲ ਗੱਲ ਕੀਤੀ, ਸਾਰਾ ਕੁਝ। ਬਟ ਅਗੇਨ ਮੈਂ ਇਹੀ ਕਹੂੰਗਾ ਕਿ ਆਫ ਕੋਰਸ ਅਸੀਂ ਇਮੋਸ਼ਨਲ ਹੁੰਦੇ ਆਂਗੇ, ਅਸੀਂ ਕਈ ਵਾਰੀ ਕੰਟਰੋਲ ਖੋ ਲੈਂਦੇ ਆਂਗੇ, ਬਟ ਜਦੋਂ ਸਿਚੁਏਸ਼ਨ ਕੋਈ ਵੀ ਇਦਾਂ ਦੀ ਹੋਵੇ ਜਿਹੜੀ ਹਾਰਡ ਹੁੰਦੀ ਹੈ ਸਾਡੇ ਲਈ, ਤਾਂ ਉੱਥੇ ਮੇਰੇ ਖਿਆਲ ਦੇ ਵਿੱਚ ਕੰਟਰੋਲ ਰੱਖਣਾ ਆਪਣੇ ਇਮੋਸ਼ਨ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਮਤਲਬ ਰਾਤ ਪਹਿਲੀ ਵਾਰੀ ਅਸੀਂ ਕਿੰਨੇ ਚਿਰ ਬਾਅਦ ਅਸੀਂ ਦੇਖਿਆ ਸੀਗਾ ਕਿ ਉਹ ਅਸਲੀ ਆਪਣੇ ਰੰਗ 'ਚ ਸੀ। ਠੀਕ ਹੈ। ਤੇ ਮੈਂ ਤੇ ਮੇਰੀ ਵਾਈਫ ਅਸੀਂ ਗੱਲਾਂ ਕਰੇ ਵੀ ਆ ਹੁਣ ਇਹ ਉਹ ਆਪਣੇ ਰੰਗ ਦੇ ਵਿੱਚ ਆਈ ਹੋਈ ਹੈ, ਜਿਹੜੀ ਉਹਦੀ ਐਕਚੁਅਲ ਪਰਸਨੈਲਿਟੀ ਹੈ। ਤਾਂ ਨਾਲ ਦੀ ਨਾਲ ਸਾਡੇ ਉਹ ਸਾਰੀ ਥਾਟ ਵੀ ਦਿਮਾਗ 'ਚ ਆ ਜਾਂਦੀ ਹੈ ਕਿ ਯਾਰ ਜੇ ਆਹ ਹੋ ਜਾਂਦਾ, ਜੇ ਆਹ ਹੋ ਜਾਂਦਾ। ਸੋ ਮੀਨਸ ਸਮਵੇਅਰ ਵੀ ਟਰਾਈਂਗ ਟੂ ਫੀਲ ਹੈਪੀ, ਬਟ ਅਗੇਨ ਉਹਦੇ ਉੱਤੇ ਟੌਪ ਆਫ ਇਟ ਉਹ ਫੇਰ ਆ ਜਾਂਦਾ ਇਮੋਸ਼ਨਸ। ਠੀਕ ਹੈ। ਹੁਣ ਉਮੀਦ ਦਾ ਜਿਹੜਾ ਸਾਈਕੋਲੋਜੀਕਲ ਸਾਈਡ ਹੈਗੀ ਆ, ਉਹਦੇ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਪਈ? ਉਹ ਛੋਟੀ ਬੱਚੀ ਆ, ਉਹਨੂੰ ਮਨੋਵਿਗਿਆਨ ਜਾਂ ਕੌਨਸ਼ੀਅਸ, ਸਬਕੌਨਸ਼ੀਅਸ ਕੁਛ ਨਹੀਂ ਪਤਾ। ਜਿਵੇਂ ਹੁਣ ਗੱਲਬਾਤ ਦੇ ਸ਼ੁਰੂਆਤ ਤੋਂ ਆਖਿਆ ਸੀਗਾ ਵੀ ਉਹਦੀ ਉਂਗਲ ਨੂੰ ਕੁਛ ਲੱਗ ਜੇ ਤਾਂ ਉਹ ਮਹਿਸੂਸ ਕਰਦੀ ਹੈਗੀ ਆ, ਉਹ ਕੀ ਹਿਸਾਬ ਕਿਤਾਬ ਆ ਉਸ ਦਾ? ਦਿਮਾਗ ਦੀ ਜਦੋਂ ਅਸੀਂ ਸਟੱਡੀ ਕਰਦੇ ਹਾਂ, ਜਿੰਨੀ ਕਿ ਮੈਂ ਸਟੱਡੀ ਕੀਤੀ ਹੈ ਜਾਂ ਅਸੀਂ ਸਾਡੀ ਸਟੱਡੀ ਦਾ ਹਿੱਸਾ ਹੈਗਾ, ਤਾਂ ਉਹ ਤਾਂ ਇੰਪੈਕਟ ਰਹੂਗਾ ਉਹਦੇ ਬ੍ਰੇਨ ਦੇ ਉੱਪਰ, ਔਰ ਅਸੀਂ ਵੀ ਕੈਨ ਫੀਲ ਇਟ। ਤੇ ਉਹ ਜਿੱਦਾਂ ਦੀ ਉਹਦੀ ਪਰਸਨੈਲਿਟੀ ਸੀ ਉਸ ਦੇ ਅਗੇਂਸਟ ਆ ਉਹ ਸਾਰਾ ਕੁਝ ਕਰ ਰਹੀ ਆ। ਡਰ ਹੈ ਕਿਉਂਕਿ ਇੱਥੇ ਇਸ ਸਾਈਡ ਦੇ ਉੱਪਰ ਜਿੱਥੇ ਟਾਇਰ ਚੱਲਿਆ ਤਾਂ ਉੱਥੇ ਉਹ ਅੰਦਰ ਨੂੰ ਬੈਂਡ ਹੋਇਆਗਾ ਦਿਮਾਗ, ਕਰੈਕ ਹੋ ਕੇ, ਜਿਹਦਾ ਉਹਦਾ ਸਕਲ ਉੱਪਰਲਾ ਲੇਅਰ ਹੈਗੀ ਜਿਹੜੀ, ਸੋ ਉਹ ਅੰਦਰੋਂ ਬ੍ਰੇਨ ਵੱਡਾ ਵੀ ਹੋ ਰਿਹਾ ਡੇ ਬਾਏ ਡੇ। ਸੋ ਜੇ ਉਹ ਜਿਹੜੀ ਸਕਲ ਆ, ਜਿਹੜੀ ਬੋਨ ਆ, ਜੇ ਉਹ ਸਿੱਧੀ ਨਹੀਂ ਹੁੰਦੀ ਤਾਂ ਉੱਥੇ ਪ੍ਰੈਸ਼ਰਾਈਜ਼ ਹੋਊਗਾ ਸਿਸਟਮ ਉਸ ਬ੍ਰੇਨ ਦਾ। ਉਹ ਕੀ ਇੰਪੈਕਟ ਛੱਡਦਾ ਉਸ ਦੇ ਉੱਪਰ, ਉਹ ਤਾਂ ਜੇ ਸਮਝ ਦੱਸੂਗਾ, ਡਾਕਟਰ ਅਸੈਸ ਕਰ ਰਹੇ ਨੇ ਉਸ ਨੂੰ ਬਾਰ-ਬਾਰ। ਬਟ 99% ਉਹ ਸਾਰੀਆਂ ਉਹ ਐਕਟੀਵਿਟੀਜ਼ ਕਰਨ ਲੱਗ ਗਈ ਹੈ ਜੋ ਪਹਿਲਾਂ ਕਰਦੀ ਸੀ। ਸੋ ਉਹਦੇ ਉਹ ਸਾਰੀਆਂ ਚੀਜ਼ਾਂ ਯਾਦ ਨੇ ਕਿ ਸਾਨੂੰ, ਅਸੀਂ ਕਾਫੀ ਹੋਪਫੁਲ ਹਾਂ ਕਿ ਕੋਈ ਇੱਦਾਂ ਦੀ ਗੱਲ ਨਹੀਂ ਹੋਊਗੀ ਉਹਦੀ ਮੈਮਰੀ ਦੇ ਨਾਲ। ਬਟ ਅਗੇਨ ਹਾਂ, ਜੇ ਥੋੜ੍ਹਾ ਜਿਹਾ ਮਿਲੀ ਸੈਕਿੰਡਸ ਵੀ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਤਾਂ ਕਿਉਂਕਿ ਕਰੈਕ ਹੋਣਾ ਸ਼ੁਰੂ ਹੋ ਗਿਆ ਸੀ, ਤਾਂ ਉਸ ਤੋਂ ਬਾਅਦ ਕੁਝ ਨਹੀਂ ਪੱਲੇ ਪੈਣਾ ਸੀਗਾ, ਫਿਰ ਔਖਾ ਹੋ ਜਾਣਾ। ਤੇ ਹੁਣ ਜਿੱਦਾਂ ਚਲੋ ਤੂੰ ਵੀ ਸਮਾਜ 'ਚ ਕਾਫੀ ਵਿਚਰਨਾ, ਬਟ ਰਾਜ ਦਾ ਮਾਹੌਲ ਹੋਰ ਹੈਗਾ। ਬੇਸ਼ੱਕ ਉਹ ਆਰਐਨ ਹੈਗੀ ਹੈ, ਫਿਰ ਵੀ ਇਮੋਸ਼ਨਲ ਤੌਰ 'ਤੇ ਜਿਹੜੀਆਂ ਵੂਮਨ ਹੈਗੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਜ਼ਿਆਦਾ ਪਰੇਸ਼ਾਨ ਹੋ ਜਾਂਦੀਆਂ ਨੇ। ਹੁਣ ਤੁਸੀਂ ਦੋਵੇਂ ਜੀ ਆਪਣੇ ਆਪ ਨੂੰ ਕਿਵੇਂ ਸੰਭਾਲ ਰਹੇ ਹੋ? ਅਸੀਂ ਬਹੁਤ ਜ਼ਿਆਦਾ ਨਹੀਂ, ਅਸੀਂ ਐਵੇਂ ਕਹੀਏ ਆਪਣੇ ਆਪ ਨੂੰ ਕਿ ਵੀ ਅਸੀਂ ਬਹੁਤ ਜ਼ਿਆਦਾ ਸਟਰੋਂਗ ਆ ਗਏ ਇੰਨੇ, ਕਿਉਂਕਿ ਹੈ ਤਾਂ ਪੇਰੈਂਟ ਹੀ ਆ, ਹੈ ਨਾ। ਇਟਸ ਨੋਟ ਸੋ ਈਜ਼ੀ, ਬਟ ਇਹ ਹੈਗਾ ਕਿ ਵੀ ਸਾਨੂੰ ਨਾਲ ਦੀ ਨਾਲ ਉਹ ਸਕਿੱਲਸ ਅਸੀਂ ਸਿੱਖ ਲਈਆਂ, ਇੱਥੋਂ ਦੇ ਹਾਲਾਤਾਂ ਨੇ ਸਾਨੂੰ ਸਿਖਾਤੀਆਂ, ਜਾਂ ਇੱਥੋਂ ਦੀ ਐਜੂਕੇਸ਼ਨ ਨੇ ਸਾਨੂੰ ਸਿਖਾਤੀਆਂ ਕਿ ਤੁਸੀਂ ਡਿਸਟਰੈਕਟ ਕਿੱਦਾਂ ਕਰਨਾ ਆਪਣੇ ਆਪ ਨੂੰ, ਸਿਚੁਏਸ਼ਨ 'ਚੋਂ ਬਾਹਰ ਕਿੱਦਾਂ ਲੈ ਕੇ ਆਉਣਾ। ਤਾਂ ਉੱਦਾਂ ਦੇ ਇੰਪਲੀਮੈਂਟ ਕਰਦੇ ਮੈਂ ਲਗਾਤਾਰ 3 ਹਫ਼ਤੇ ਮੈਂ ਕੰਮ 'ਤੇ ਨਹੀਂ ਗਿਆ, ਤਾਂ ਡਾਕਟਰ ਨੇ ਅਸੈਸਮੈਂਟਸ ਕੀਤੀ ਕਿ ਅਸੀਂ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਹੈ, ਮੈਡੀਕਲ ਹੈਲਪ ਦੀ ਜ਼ਰੂਰਤ ਆ। ਉਹਨੇ ਕਾਫੀ ਸਾਰੇ ਸਵਾਲ ਕੀਤੇ ਕਿ ਰਾਤ ਨੂੰ 1 ਵਜੇ ਉੱਠ ਕੇ ਮੈਂ ਬੈਠਾ ਕੰਮ ਕਰਨ ਲੱਗਿਆ ਪਿਆ ਹੁੰਦਾ, ਜਿਹੜਾ ਕਿ ਮੇਰਾ ਅਨਯੂਜ਼ਲ ਸੀ ਮੇਰੇ ਵਾਸਤੇ। ਅਤੇ ਮੈਂ ਰਾਤ ਨੂੰ ਉੱਠਿਆ ਤੁਰਿਆ ਫਿਰੀ ਜਾਂਦਾ, ਔਰ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਸੀਗਾ ਵੀ ਮੈਂ ਐਕਚੁਅਲ 'ਚ ਰੀਜ਼ਨ ਕੀ ਆ। ਅਤੇ ਮੈਂ ਕਹਿੰਦਾ ਸੀਗਾ, ਅਸੀਂ ਆਪਦੇ ਆਪ ਨੂੰ ਕਹਿੰਦੇ ਸੀ ਵੀ ਨਹੀਂ ਯਾਰ, ਵੀ ਅਸੀਂ ਵੀ ਆਰ ਸਟਰੋਂਗ, ਵੀ ਆਰ ਆਊਟ ਫਰੋਮ ਦ ਸਿਚੁਏਸ਼ਨ, ਪਰ ਮੈਨੂੰ ਲੱਗਦਾ ਨਹੀਂ ਇਹ ਸੋ ਈਜ਼ੀ ਹੁੰਦਾ। ਹਾਂ, ਇੱਥੇ ਆਪਾਂ ਤੁਹਾਡੇ ਸਾਈਕੋਲੋਜੀਕਲ ਫੈਕਟਰ ਦੀ ਗੱਲ ਕਰ ਰਹੇ ਹਾਂ, ਤੁਹਾਡੇ ਮਨੋਵਿਗਿਆਨ ਦੀ ਗੱਲ ਕਰ ਰਹੇ ਹਾਂ, ਤੁਹਾਡੇ ਦੋਵਾਂ ਜੀਆਂ ਦੇ। ਅਕਸਰ ਆਪਣੇ ਭਾਈਚਾਰੇ 'ਚ, ਭਾਰਤੀ ਭਾਈਚਾਰੇ 'ਚ ਵੇਖਣ ਨੂੰ ਆਉਂਦਾ ਕਿ ਮਾਨਸਿਕ ਸਿਹਤ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ, ਉਹ ਸਮਝਦੇ ਨਹੀਂ ਕਿ ਮਾਨਸਿਕ ਸਿਹਤ ਕੋਈ ਚੀਜ਼ ਵੀ ਹੁੰਦੀ ਹੈ। ਮੈਂ ਇੱਕ ਬਹੁਤ ਸਾਡੇ ਨਾ ਇੱਕ ਗੁਆਂਢ ਦੇ ਵਿੱਚ, ਗੁਆਂਢੀ ਪਿੰਡ ਦੇ ਵਿੱਚ ਮੇਰਾ ਬਹੁਤ ਕਲੋਜ਼ ਫਰੈਂਡ ਸੀਗਾ, ਅਤੇ ਬਹੁਤ ਪੁਰਾਣੀ ਗੱਲ ਆ, ਮੈਂ ਕਾਲਜ ਟਾਈਮ ਦੀ ਗੱਲ ਆ। ਉਹਦਾ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਇਸੇ ਤਰ੍ਹਾਂ ਹੀ। ਉਹ ਗੱਡੀ ਡਰਾਈਵ ਕਰਦਾ ਸੀਗਾ, ਉਹਦੇ ਵੀ ਸਿਰ ਉੱਪਰ ਦੀ ਗੱਡੀ ਲੰਘ ਗਈ ਸੀ। ਅਤੇ ਮੈਂ ਉਹਨਾਂ ਦੇ ਘਰ ਗਿਆ, ਅਤੇ ਮੈਂ ਜਾ ਕੇ ਨਾ ਉਹਦੇ ਨਾਲ ਹੋਰ ਗੱਲਾਂ ਕਰਨ ਲੱਗ ਗਿਆ ਇੱਧਰ ਉੱਧਰ ਦੀਆਂ। ਅਤੇ ਮੇਰੇ ਨਾਲ ਜਿਹੜਾ ਗਿਆ ਸੀ ਕਹਿੰਦੇ ਯਾਰ ਤੂੰ ਚੰਗਾ ਬੰਦਾ, ਆਪਾਂ ਤਾਂ ਸੋਗ ਮਨਾਉਣ ਗਏ ਸੀ। ਮੈਨੂੰ ਵੀ ਫੀਲ ਹੋਇਆ, ਬਟ ਮੈਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਅਪਰੋਚ ਆ ਨਾ ਟੂਵਰਡ ਇੱਦਾਂ ਦੀ ਸਿਚੁਏਸ਼ਨ ਆ, ਉਹ ਅਜੇ ਉਹੀ ਇੰਡੀਅਨ ਲੈਵਲ ਵਾਲੀ ਹੈਗੀ। ਇਹ ਨਹੀਂ ਮੈਂ ਕਹੂੰਗਾ ਉਹ ਚੰਗਾ ਜਾਂ ਬੁਰਾ, ਬਟ ਉਹੀ ਇੱਕ ਵੇ ਆ ਜਿਹਦੇ ਵਿੱਚ ਅਸੀਂ ਜਾ ਕੇ ਉਸੇ ਦੁੱਖ ਦੀ ਗੱਲ ਕਰਦੇ ਹਾਂ ਜਿਹੜੇ ਦੁੱਖ ਵਿੱਚ ਦੀ ਉਹ ਬੰਦਾ ਆਲਰੇਡੀ ਜਾ ਰਿਹਾ ਹੁੰਦਾ।
ਤਾਂ ਮੈਂ ਜਿੱਦਾਂ 2 ਦਿਨ ਤੱਕ ਮੈਨੂੰ ਈਵਨ ਮੈਂ ਉਸ ਸਿਚੁਏਸ਼ਨ ਵਿੱਚ ਦੀ ਜਾ ਰਿਹਾ ਸੀਗਾ, ਪਰ 2 ਦਿਨ ਤੱਕ ਮੈਂ ਬਹੁਤ ਸਟਰੋਂਗ ਸੀ। ਜਦੋਂ ਐਕਸੀਡੈਂਟ ਹੋਇਆ ਮੈਨੂੰ ਇਹ ਲੱਗਦਾ ਸੀਗਾ ਕਿ ਹਾਂ ਯਾਰ ਮਤਲਬ ਲਾਈਫ ਆ ਗਈ, ਮੈਂ ਉਸ ਤਰੀਕੇ ਨਾਲ ਸੋਚਦਾ ਸੀ। ਪਰ ਜਦੋਂ ਮੈਂ ਫੋਨਾਂ 'ਤੇ ਗੱਲਾਂ ਕਰਨ ਲੱਗ ਗਿਆ ਸਭ ਨਾਲ, ਉਹ ਮੈਂ ਰਿਪੀਟ ਕਰਨ ਲੱਗ ਗਿਆ ਸਟੋਰੀ ਅਗੇਨ ਐਂਡ ਅਗੇਨ ਸਾਰੀ ਚੀਜ਼, ਤਾਂ ਮੈਂ ਡੇ ਬਾਏ ਡੇ ਮੈਂ ਕਮਜ਼ੋਰ ਹੁੰਦਾ ਗਿਆ ਅੰਦਰ। ਰਾਈਟ। ਐਂਡ ਇੱਦਾਂ ਦੀ ਸਿਚੁਏਸ਼ਨ ਵੀ ਆਈ, ਅਸੀਂ ਰੋਏ। ਤਾਂ ਉਹ ਫਿਰ ਮੈਂ ਜਦੋਂ ਉਸ ਸਾਰੀ ਚੀਜ਼ ਨੂੰ ਐਨਾਲਾਈਜ਼ ਕਰਦਾ ਕਿ ਸਾਡਾ ਜਿਹੜਾ ਬਿਹੇਵੀਅਰ ਆ ਐਜ਼ ਇਹ ਨਹੀਂ ਹੈ ਕਿ ਉਹਨਾਂ ਦੀ ਕੋਈ ਰੋਂਗ ਅਟੈਂਸ਼ਨ ਹੁੰਦੀ ਆ, ਬਟ ਦਿਸ ਇਜ਼ ਹਾਊ ਵੀ ਟੇਕ ਥਿੰਗਸ। ਜੇ ਦੂਸਰੇ ਪਾਸੇ ਵਾਲਾ ਕੋਈ ਪੁੱਛੇ ਵੀ ਨਾ ਇੱਦਾਂ, ਤਾਂ ਵੀ ਅਸੀਂ ਫੀਲ ਕਰਾਂਗੇ ਯਾਰ ਉਹ ਤਾਂ ਦੁੱਖ ਹੀ ਨਹੀਂ ਮਨਾ ਕੇ ਗਿਆ। ਠੀਕ ਹੈ ਨਾ, ਕਿਉਂਕਿ ਅਸੀਂ ਮਰਜ ਹੋ ਰਹੇ ਹਾਂ ਇੱਕ ਥਾਟ ਤੋਂ ਦੂਜੀ ਥਾਟ ਦੇ ਵਿੱਚ, ਸਿਚੁਏਸ਼ਨ ਦੇ ਵਿੱਚ। ਅਸੀਂ ਇੱਥੋਂ ਦੇ ਕਲਚਰ 'ਚ ਉਹਦੇ ਵਿੱਚ ਇਹ ਆ ਕਿ ਜੇ ਮੈਂ ਕਿਸੇ ਕੋਲ ਜਾਂਦਾ ਤੇ ਮੈਂ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ ਸਾਈਕੋਲੋਜੀਕਲੀ, ਐਂਡ ਮੈਂ ਜਾ ਕੇ ਉਹਦੇ ਦੁੱਖ ਦੀ ਗੱਲ ਹੀ ਨਹੀਂ ਕਰਦਾ। ਹੋਰ ਗਿਆ 2 ਘੰਟੇ ਲਾਇਆ, ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ, ਤੇ ਉਹ ਆਖੂਗਾ ਯਾਰ ਅਸੀਂ ਤਾਂ ਬੜੇ ਦੁੱਖ ਦੇ ਵਿੱਚ ਸੀ, ਉਹ ਤਾਂ ਹੋਰ ਹੀ ਗੱਲਾਂ ਕਰਕੇ ਚੱਲ ਗਿਆ। ਤਾਂ ਉਹ ਬੜੀ ਮਤਲਬ ਸਿਚੁਏਸ਼ਨ ਹੀ ਇੱਦਾਂ ਦੀ ਹੈ, ਸੋ ਵੀ ਨੀਡ ਟੂ ਅੰਡਰਸਟੈਂਡ ਇਟ। ਰੋਬੀ, ਗੱਲਬਾਤ ਦੀ ਸ਼ੁਰੂਆਤ ਵਿੱਚ ਨਾ ਤੁਸੀਂ ਇਹ ਗੱਲ ਕਹੀ ਸੀਗੀ ਭਈ ਮੈਂ ਉਸ ਟਾਈਮ ਜਦੋਂ ਕਿ ਉਮੀਦ ਕਾਰ ਦੇ ਥੱਲੇ ਸੀਗੀ, ਇੱਕ ਲਾਈਫ ਸੇਵਰ ਦੇ ਤੌਰ 'ਤੇ ਐਕਟ ਜਾਂ ਰਿਐਕਟ ਕਰ ਰਿਹਾ ਸੀਗਾ, ਅਤੇ ਰਾਦਰ ਦੈਨ ਇੱਕ ਫਾਦਰ ਜੀ। ਔਰ ਹੁਣ ਆਪਣਾ ਦੋਵਾਂ ਦਾ ਹੀ ਬੜਾ ਤਜਰਬਾ ਹੈਗਾ ਵਿਦਿਆਰਥੀ ਜੀਵਨ ਦਾ, ਵਿਦਿਆਰਥੀਆਂ ਨਾਲ ਵਿਚਰਨ ਦਾ ਜਾਂ ਸਮਾਜ ਦੇ ਵਿੱਚ ਵਿਚਰਨ ਦਾ। ਆਪਾਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਨੂੰ ਵੀ ਮਿਲੇ ਆ ਜਿਹੜੇ ਕਿ ਕਹਿੰਦੇ ਨੇ ਕਿ ਸਾਨੂੰ ਬਾਏ ਹੁੱਕ ਔਰ ਕਰੁੱਕ ਸਾਨੂੰ ਪੇਪਰ ਵਰਕ ਮਿਲ ਜੇ, ਤਜਰਬੇ ਦਾ ਸਰਟੀਫਿਕੇਟ ਮਿਲ ਜਾਵੇ। ਹੁਣ ਜੇਕਰ ਮੈਂ ਤੁਹਾਡੀ ਗੱਲ ਨੂੰ ਸਮਝਾਂ ਤਾਂ ਜੇਕਰ ਤੁਹਾਨੂੰ ਪ੍ਰੈਕਟੀਕਲ ਬਾਰੇ ਸੀਗੀ ਜਾਣਕਾਰੀ, ਬੇਸ਼ੱਕ ਚਲੋ ਤੁਸੀਂ ਕਾਲਜ ਚਲਾਉਂਦੇ ਹੋ, ਉਸ ਵਿਸ਼ੇ ਤੋਂ ਤੁਹਾਨੂੰ ਜਾਣਕਾਰੀ ਸੀਗੀ, ਜੇਕਰ ਤੁਹਾਡੀ ਥਾਂ 'ਤੇ ਕੋਈ ਇਹੋ ਜਿਹਾ ਬੰਦਾ ਹੁੰਦਾ ਜਿਹਨੇ ਕਿ ਕਾਗਜ਼ੀ ਕਾਰਵਾਈ ਕੀਤੀ ਹੁੰਦੀ ਅਤੇ ਅਸਲ ਦੇ ਵਿੱਚ ਉਹਨੂੰ ਨੌਲੇਜ ਨਾ ਹੁੰਦੀ ਪ੍ਰੈਕਟੀਕਲ ਬਾਰੇ, ਇਹੋ ਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ? ਅਫਕੋਰਸ ਜਦੋਂ ਮੈਨੂੰ ਉੱਧਰੋਂ ਕਾਲ ਆਈ, ਉੱਚੀ ਦਿਨ ਚੀਕ ਮਾਰੀ ਮੇਰੇ ਵਾਈਫ ਨੇ, ਅਤੇ ਮੈਂ ਵੀ ਜੇ ਉੱਚੀ ਦਿਨ ਚੀਕ ਮਾਰ ਦਿੰਦਾ ਤਾਂ ਉਸ ਗੋਰੀ ਨੇ ਇੰਸਟੈਡ ਆਫ ਪੈਰ ਚੱਕ ਕੇ ਬ੍ਰੇਕਾਂ ਤੋਂ ਆਪਣਾ ਐਕਸਲੇਟ ਤੋਂ ਬ੍ਰੇਕਾਂ 'ਤੇ ਪੈਰ ਰੱਖਣ ਦਾ ਜਿਹੜੀ ਮੂਵਮੈਂਟ ਸੀ ਉਹ ਹੋ ਸਕਦਾ ਸਕਿਪ ਕਰ ਦਿੰਦੀ, ਔਰ ਉਹ ਰੇਸ ਦੇ ਉੱਪਰ ਹੀ ਜ਼ਿਆਦਾ ਪੈਰ ਰੱਖ ਦਿੰਦੀ। ਤਾਂ ਮੈਂ ਆਪਣੀ ਬੱਚੀ ਨੂੰ ਖੋ ਬੈਠਦਾ ਸਿਰਫ ਇੱਕ ਟੋਨ ਕਿ ਮੈਂ ਉਸ 'ਤੇ ਰਿਐਕਟ ਕਿੱਦਾਂ ਕਰਦਾ। ਸੋ ਇੱਦਾਂ ਹੀ ਮੇਰੇ ਨਾਲ ਇੱਦਾਂ ਦੀ ਕੁਛ ਸਿਚੁਏਸ਼ਨ ਹੋਈਆਂ, ਕਿਤੇ ਸੀਜ਼ਰ ਹੋਇਆ ਕਿਸੇ ਨੂੰ ਫੈਮਿਲੀ ਮੈਂਬਰ ਨੂੰ, ਤਾਂ ਉਹ ਮੈਨੂੰ ਪਤਾ ਸੀਗਾ ਕਿ ਇਸ ਨੂੰ ਅਸੀਂ ਟਰੀਟ ਕਿੱਦਾਂ ਕਰਨਾ, ਕਿਉਂਕਿ ਉਹ ਅਸੀਂ ਰੋਜ਼ ਕਰਾਉਂਦੇ ਆਂਗੇ। ਔਰ ਜਦੋਂ ਅਸੀਂ ਕਰਾਉਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਵਿੱਚ ਬਹੁਤ ਸਾਰੇ 50% ਜਿਹੜਾ ਸਾਡੇ ਭਾਈਚਾਰੇ ਦੇ ਲੋਕ ਹੁੰਦੇ ਨੇ ਉਹ ਤਾਂ ਗੱਲਾਂ ਕਰੀ ਜਾਂਦੇ ਹੁੰਦੇ ਨੇ, ਅਤੇ ਉਹ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈਗੀ ਕਿ ਉਹ ਇਗਨੋਰ ਕਰ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦਾ ਮਿਸ਼ਨ ਹੀ ਸਰਟੀਫਿਕੇਟ ਲੈਣਾ ਹੁੰਦਾ। ਔਰ ਉਹ ਇਹ ਕਦੇ ਉਹਨਾਂ ਨੇ ਸੋਚੇ ਨਹੀਂ ਹੁੰਦਾ ਕਿ ਯਾਰ ਉਹ ਕਦੇ ਵੀ ਹੋ ਸਕਦਾ ਅਸੀਂ ਕਿਸੇ ਦੀ ਲਾਈਫ ਸੇਵ ਕਰ ਦਈਏ, ਜਾਂ ਅਸੀਂ ਆਪਦੇ ਪਰਿਵਾਰ ਦੀ, ਜਾਂ ਸਾਨੂੰ ਆਪ ਅਸੀਂ ਕਿੱਦਾਂ ਰਿਐਕਟ ਕਰੀਏ। ਸੋ ਮੈਂ ਇਹੀ ਬੇਨਤੀ ਕਰੂੰਗਾ ਇਸ ਪੂਰੀ ਗੱਲਬਾਤ ਦੇ ਬੇਸ ਦੇ ਉੱਪਰ ਕਿ ਜਿਹੜੀ ਟ੍ਰੇਨਿੰਗ ਆ, ਜਿੱਥੇ ਤੁਸੀਂ ਲਾਈਫ ਇਨਵੋਲਵ ਆ ਗਈ, ਚਾਹੇ ਕੋਈ ਵੀ ਟ੍ਰੇਨਿੰਗ ਹੈਗੀ, ਜਦੋਂ ਤੁਸੀਂ ਆਸਟ੍ਰੇਲੀਆ, ਇਹ ਤਾਂ ਬੜੀਆਂ ਸੋਹਣੀਆਂ ਓਪਰਚੁਨਿਟੀਜ਼ ਦਿੰਦੇ ਨੇ। ਇੰਨੀ ਜ਼ਿਆਦਾ ਰਿਸਰਚ ਕੀਤੀ ਹੋਈ ਹੈ ਇੱਕ ਛੋਟੀ ਚੀਜ਼ 'ਤੇ, ਜਿਹੜੀ ਸਾਨੂੰ ਇਹ ਲੱਗਦਾ ਕਿ ਯਾਰ ਤਾਂ ਨੋਰਮਲ ਜੀ ਗੱਲ ਆ, ਬਟ ਦੇ ਸਪੈਂਡ ਅ ਲੋਟ ਆਫ ਮਨੀ ਟੂ ਗੋ ਇਨ ਡੈਪਥ, ਹੈ ਨਾ। ਅਤੇ ਉਸ ਨੂੰ ਅਸੀਂ ਯੂਟੀਲਾਈਜ਼ ਕਰੀਏ, ਔਰ ਅਸੀਂ ਉਸ ਨੂੰ ਸਿੱਖੀਏ, ਔਰ ਉਹਨੂੰ ਐਜ਼ ਏ ਸਕਿੱਲ ਲਈਏ। ਸਰਟੀਫਿਕੇਟ ਤਾਂ ਮਿਲ ਹੀ ਰਿਹਾ, ਨਾਲ ਸਕਿੱਲ ਵੀ ਲਈਏ ਕਿ ਅਸੀਂ ਸਿੱਖ ਕੇ ਜਾਈਏ, ਉਹ ਬਹੁਤ ਜ਼ਰੂਰੀ ਹੈ। ਅਤੇ ਬਹੁਤ ਸਾਰੇ ਲੋਕ ਇੱਥੋਂ ਦੇ ਮੈਡੀਕਲ ਸਿਸਟਮ ਨੂੰ ਵੀ ਕਹਿੰਦੇ ਨੇ ਕਿ ਬਹੁਤ ਸਲੋ ਹੈਗਾ, ਸਾਲ 2 ਸਾਲ ਅਪੁਆਇੰਟਮੈਂਟਾਂ ਨਹੀਂ ਮਿਲਦੀਆਂ। ਹੁਣ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਈ ਸੀਗੀ ਔਰ ਐਮਰਜੈਂਸੀ ਸੀਗੀ, ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਐਮਰਜੈਂਸੀ ਸਰਵਿਸਿਜ਼ ਦੇ ਮਾਮਲੇ ਵਿੱਚ? ਹਾਂ, ਇਹ ਚੀਜ਼ ਇਲੈਕਸ਼ਨ ਦੇ ਵਿੱਚ ਕਾਫੀ ਹਾਈਲਾਈਟ ਹੋਈ ਆ ਆਪਣੇ, ਕਿ ਵੀ ਐਂਬੂਲੈਂਸਾਂ ਬਹੁਤ ਦੇਰ 'ਚ ਆਉਂਦੀ ਆ। ਤਾਂ ਮੇਰਾ ਬਹੁਤ ਕਲੋਜ਼ ਫਰੈਂਡ ਜਿਹੜਾ ਵਰਕਿੰਗ ਨੇ ਸਿਟੀ ਦੇ ਵਿੱਚ, ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸੀਗੀ, ਤਾਂ 10-15 ਮਿੰਟ ਲੱਗ ਗਏ ਸੀਗੇ ਐਂਬੂਲੈਂਸ ਆਉਣ ਦੇ ਸਿਟੀ ਦੇ ਵਿੱਚ। ਅਤੇ ਕੁਐਸਚਨ ਸੀਗਾ ਇਹ ਜਿਹੜੀ ਲੇਬਰ ਗੌਰਮੈਂਟ ਆਈ ਆ, ਸੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇਹ ਕੀਤਾ ਕਿ ਹਾਂ ਅਸੀਂ ਹੈਲਥ ਵਾਲੇ ਪਾਸੇ ਪੈਸਾ ਜ਼ਿਆਦਾ ਲਾਵਾਂਗੇ, ਅਤੇ ਇੰਸਟੈਡ ਆਫ ਜਿਹੜੇ ਦੂਜੇ ਹੋਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੇ ਉਹਨਾਂ ਦੇ ਨਾਲੋਂ। ਸੋ ਅਸੀਂ ਜਦੋਂ ਕਾਲ ਕੀਤੀ ਤਾਂ ਸਾਡੇ ਕੋਲ 2 ਐਂਬੂਲੈਂਸ ਆ ਗਈਆਂ ਸੀਗੀਆਂ, ਅਤੇ ਔਰ ਟੋਟਲ ਜਿਹੜੇ 5 ਵਹੀਕਲ ਆਏ ਸੀਗੇ ਐਮਰਜੈਂਸੀ ਸਰਵਿਸਿਜ਼ ਦੇ, ਜਿਹੜੀਆਂ 2 ਐਂਬੂਲੈਂਸ ਆ ਗਈਆਂ ਸੀ, ਅਤੇ ਪਲੱਸ 3 ਜਿਹੜੀਆਂ ਕਾਰਾਂ ਦੇ ਵਿੱਚ ਆਏ ਸੀਗੇ ਉਹ ਕੁਇਕ ਰਿਐਕਸ਼ਨ ਵਾਸਤੇ। ਮੀਨਜ਼ ਚਾਰੇ ਦਿਸ਼ਾਵਾਂ ਦੇ ਵਿੱਚੋਂ ਜਿਹੜਾ ਵੀ ਨੇੜੇ ਸੀਗਾ, ਅਤੇ ਵਿਦਿਨ 3 to 5 ਮਿੰਟਸ ਸਾਡੇ ਕੋਲ ਸਰਵਿਸ ਆ ਗਈ ਸੀ। ਔਰ ਮੈਂ ਉਸ ਦਿਨ ਫੀਲ ਕੀਤਾ ਕਿ ਯਾਰ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਰੇਸਿਸਟ ਵੇ ਲੈਂਦੇ ਨੇ ਜਾਂ ਕੁਛ ਹੋਰ ਕਰਦੇ ਨੇ,
ਪਰ ਯਾਰ ਜੇ ਸਾਨੂੰ ਕੋਈ ਬੰਦਾ ਗਾਲ ਕੱਢ ਕੇ ਵੀ ਸਾਡੀ ਲਾਈਫ ਵੀ ਬਚਾ ਦਿੰਦਾ ਨਾ, ਸਹੀ ਹੈ। ਤਾਂ ਉਹ ਸਟਿਲ ਵਰਥ ਹੈਗਾ। ਸੋ ਅਸੀਂ ਉਸ ਪੂਰੇ ਦਿਨ ਦੇ ਵਿੱਚ ਜੇ ਅਸੀਂ ਆਪਣੀ ਬੱਚੀ ਨੂੰ ਬਚਾ ਸਕੇ, ਉਹਦੇ ਵਿੱਚ ਇਕੱਲਾ ਇਹ ਨਹੀਂ ਹੈ ਕਿ ਸਾਡਾ ਰਿਐਕਸ਼ਨ ਸਹੀ ਸੀਗਾ ਜਾਂ ਡਾਕਟਰ ਨੇ ਸਾਰੇ ਈਵਨ ਬਹੁਤ ਸਾਰੀਆਂ ਦੁਆਵਾਂ ਅਰਦਾਸਾਂ ਹੋਈਆਂ ਲੋਕਾਂ ਵੱਲੋਂ, ਸਾਰਿਆਂ ਦੀ ਸਪੋਰਟ ਦੇ ਨਾਲ ਹਰ ਇੱਕ ਬਿਟ ਜਿਹੜੀ ਅਸੀਂ ਮਤਲਬ ਉਹਦੇ ਵਿੱਚ ਜਿਹੜੀ ਇਨਵੋਲਵ ਸੀਗੀ, ਜੇ ਇੱਕ ਵੀ ਮਿਸਿੰਗ ਹੁੰਦੀ ਤਾਂ ਸ਼ਾਇਦ ਅਸੀਂ ਉਸ ਬੱਚੀ ਨੂੰ ਬਚਾ ਨਾ ਸਕਦੇ। ਬਿਕੋਜ਼ ਐਕਸੀਡੈਂਟ ਤੋਂ ਬਾਅਦ 2 ਦਿਨ ਤੱਕ ਉਹ ਇੰਨੀ ਜ਼ਿਆਦਾ ਕ੍ਰਿਟੀਕਲ ਪੋਜੀਸ਼ਨ ਦੇ ਵਿੱਚ ਸੀਗੀ ਕਿ ਕੁਝ ਵੀ ਹੋ ਸਕਦਾ ਸੀਗਾ। ਦਿਮਾਗ ਦੀ ਸੋਜਿਸ਼, ਜਦੋਂ ਦਿਮਾਗ ਤੇ ਸਿਰ ਤੇ ਸੱਟ ਵੱਜਦੀ ਆ, 2 ਤਰੀਕੇ ਨਾਲ ਸੋਜਿਸ਼ ਆਉਂਦੀ ਹੈ ਡਾਕਟਰਾਂ ਦੇ ਹਿਸਾਬ ਨਾਲ, ਜਾਂ ਤਾਂ ਉਹ ਬਾਹਰਲੇ ਪਾਸੇ ਸੋਜਿਸ਼ ਆਊਗੀ ਜਾਂ ਅੰਦਰਲੇ ਪਾਸੇ ਆਊ। ਜੇ ਉਹ ਅੰਦਰਲੇ ਪਾਸੇ ਸੋਜਿਸ਼ ਆ ਜਾਂਦੀ ਤਾਂ ਨਾ ਡਾਕਟਰਾਂ ਨੇ ਕੁਝ ਕਰ ਸਕਣਾ ਸੀਗਾ ਤੇ ਨਾ ਸੀ ਕੁਝ, ਸੋਜਿਸ਼ ਤਾਂ ਕੁਝ ਕਰ ਹੀ ਨਹੀਂ ਸਕਦੇ ਨਾ ਤੁਸੀਂ, ਤੇ ਉਹਨੇ ਦਿਮਾਗ ਦੇ ਕਿਸੇ ਹਿੱਸੇ ਨੂੰ ਦੱਬ ਦੇਣਾ ਸੀਗਾ ਤੇ ਉਹ ਫॉर ਲਾਈਫ ਉਹਨੂੰ ਅਸੀਂ ਸਫਰ ਕਰਨਾ ਸੀ ਚੀਜ਼ ਨੂੰ। ਸੋ ਅਗੇਨ ਦੁਆਵਾਂ ਅਰਦਾਸਾਂ ਉਹਦੇ ਤੇ ਵੀ ਅਸੀਂ ਬਹੁਤ ਜ਼ਿਆਦਾ ਅਸੀਂ ਦਿਲੋਂ ਹਰ ਰੋਜ਼ ਧੰਨਵਾਦ ਕਰਦੇ ਹਾਂ ਕੁਦਰਤ ਰਾਹੀਂ ਕਿ ਵੀ ਹਾਂ ਕੁਦਰਤ ਲੋਕਾਂ ਦੇ ਵਿੱਚ ਵਸੀ ਔਰ ਉਸਨੇ ਸਾਡਾ ਸਾਥ ਦਿੱਤਾ। ਇੱਥੇ ਮੇਨ ਚੀਜ਼ ਇਹ ਸਮਝਣ ਵਾਲੀ ਹੈਗੀ ਹੈ ਵੀ ਉਹ ਬੱਚੀ ਕਿਤੇ ਨਜ਼ਰ ਹੀ ਨਹੀਂ ਸੀ ਆ ਰਹੀ, ਤੇ ਜਿਹੜੇ ਲੋਕ ਆਪਾਂ ਨੂੰ ਦੇਖ ਰਹੇ ਨੇ, ਹੋ ਸਕਦਾ ਕਿਸੇ ਨੂੰ ਜਿਹੜੇ ਕਿ ਪੰਜਾਬ ਦੇ ਕਿਸੇ ਪਿੰਡ 'ਚ ਬੈਠੇ ਆਪਾਂ ਨੂੰ ਵੇਖਦੇ ਸੁਣਦੇ ਹੁਣ, ਉਹਨਾਂ ਨੂੰ ਹੋ ਸਕਦਾ ਬਲਾਈਂਡ ਸਪੌਟ ਬਾਰੇ ਨਾ ਪਤਾ ਹੋਵੇ। ਬਲਾਈਂਡ ਸਪੌਟ ਕੀ ਹੁੰਦਾ ਰੋਬੀ, ਥੋੜ੍ਹਾ ਦੱਸਿਓ ਬਲਾਈਂਡ ਸਪੌਟ ਕੀ ਹੁੰਦਾ? ਸਾਡੇ ਨਾ ਸਾਡੀ ਅੱਖ ਆ ਜਿਹੜੀ ਨਾ, ਅੱਖ ਦੇ ਵਿੱਚ ਜਦੋਂ ਤੁਸੀਂ ਇੱਥੋਂ ਉਂਗਲ ਰੱਖੋਗੇ ਨਾ, ਜੇ ਤੁਸੀਂ ਇਸ ਨੂੰ ਇੱਦਾਂ ਉਂਗਲ ਘੁਮਾਓਗੇ ਤਾਂ ਇੱਕ ਏਰੀਆ, ਇੱਕ ਬਹੁਤ ਤਿੰਨੀ ਜਿਹਾ ਸਪੇਸ ਹੋਊਗੀ ਜਿੱਥੇ ਤੁਹਾਨੂੰ ਉਹ ਉਂਗਲ ਨਹੀਂ ਦਿਸੂਗੀ, ਉਹ ਤੁਹਾਡਾ ਬਲਾਈਂਡ ਸਪੌਟ ਏਰੀਆ ਆ ਗਿਆ ਸਿੱਧੀ ਨਜ਼ਰ ਦੇ ਵਿੱਚ ਵੀ, ਕਿਉਂਕਿ ਅਸੀਂ ਮੂਵ ਹੁੰਦੇ ਰਹਿੰਦੇ ਹਾਂ ਤਾਂ ਉਹ ਕਵਰ ਕਰਦੀ ਰਹਿੰਦੀ ਅੱਖ। ਤੇ ਦੂਸਰਾ ਇਹ ਆ ਕਿ ਜਦੋਂ ਤੁਸੀਂ ਸ਼ੀਸ਼ੇ ਦੇ ਵਿੱਚ ਦੇਖਦੇ ਹੋ ਤਾਂ ਸ਼ੀਸ਼ੇ ਨੇ ਇੱਕ ਏਰੀਏ ਨੂੰ ਕਵਰ ਕਰਨਾ, ਸੋ ਸ਼ੀਸ਼ੇ ਨੇ ਇਸ ਏਰੀਏ ਨੂੰ ਕਵਰ ਕਰ ਲੈਣਾ ਤੇ ਇੱਧਰੋਂ ਕਵਰ ਕਰ ਲੈਣਾ। ਇਹ ਜਿਹੜਾ ਏਰੀਆ ਜਾ ਰਿਹਾ ਨਾ, ਇਹ ਬਲਾਈਂਡ ਸਪੌਟ ਆ ਗਿਆ। ਸੋ ਜਦੋਂ ਹੁਣ ਉਹ ਉਹਦੇ ਵਿੱਚ ਬੈਠੀ ਆ ਤੇ ਜੇ ਬੱਚੀ ਇੱਥੋਂ ਆਈ ਆ, ਜੇ ਇੱਥੇ ਵੀ ਆਈ ਆ ਤੇ ਉਦੋਂ ਮੂਵ ਕਰਨ ਲੱਗੀ ਆ ਤਾਂ ਉਹ ਤੇ ਬਲਾਈਂਡ ਸਪੌਟ ਏਰੀਏ ਦੇ ਵਿੱਚ ਸੀ। ਤੇ ਇੱਥੇ ਉਹ ਟਾਇਰ ਦਾ ਉਹਦਾ ਸਾਈਜ਼ ਛੋਟਾ ਸੀਗਾ, ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਮੈਂ ਉਹਦੀ ਥਾਂ ਤੇ ਮੈਂ ਵੀ ਹੁੰਦਾ ਤਾਂ ਕੋਈ ਹੋਰ ਬੱਚਾ ਹੁੰਦਾ ਤਾਂ ਸ਼ਾਇਦ ਮੇਰੇ ਤੋਂ ਵੀ ਉਦਾਂ ਹੀ ਹੋਣਾ ਸੀ ਐਕਸੀਡੈਂਟ। ਉਹ ਉਮੀਦ ਜਿਹੜੀ ਆ ਉਹ ਟਾਇਰ ਤੋਂ ਉਹਦੀ ਹਾਈਟ ਛੋਟੀ ਹੈ, ਕਿਉਂਕਿ ਉਹ ਅਜੇ ਕੁਛ ਕੁ ਮਹੀਨੇ ਦੀ 12-14 ਮਹੀਨਿਆਂ ਦੀ ਹੈ ਸਾਰੀ। ਤੇ ਨਾ ਉਹ ਜਿਹੜਾ ਬੈਕ ਕੈਮਰਾ ਹੈਗਾ, ਰਿਵਰਸਿੰਗ ਕੈਮਰਾ ਉਹਦੀ ਮਾਰ ਦੇ ਵਿੱਚ ਨਹੀਂ ਆਈ ਹੈ। ਤਾਂ ਅਗੇਨ ਇਹ ਆ ਕਿ ਬੀਇੰਗ ਏ ਪੇਰੈਂਟ, ਔਰ ਕਈ ਵਾਰੀ ਅਸੀਂ ਖੁਦ ਇਸ ਚੀਜ਼ ਨੂੰ ਉਹ ਕਰ ਰਹੇ ਹਾਂ। ਹੁਣ ਕੀ ਹੈਗਾ ਕਿ ਹੁਣ ਅਸੀਂ 3 ਕੈਮਰੇ ਰੱਖੇ ਹੋਏ ਨੇ ਜਿਹੜੇ ਮੂਵਿੰਗ ਕੈਮਰੇ ਨੇ ਘਰ ਦੇ ਵਿੱਚ, ਜਿਹੜੇ ਉਹਨੂੰ ਫੋਲੋ ਕਰਦੇ ਰਹਿੰਦੇ ਨੇ ਤੋਂ ਹਰ ਚੀਜ਼, ਕਿਉਂਕਿ ਉਹਦੀ ਜਿਸ ਤਰ੍ਹਾਂ ਦੀ ਉਹ ਗਰੋਨ ਅਪ ਹੋਈ ਹੈਗੀ ਜਾਂ ਜਿੱਦਾਂ ਦੀ ਹੈ, ਉਹ ਬਹੁਤ ਕੁਇੱਕ ਮੂਵ ਹੁੰਦੀ ਹੈ ਇੱਧਰ ਉੱਧਰ, ਔਰ ਉਹਦੇ ਪਤਾ ਨਹੀਂ ਕਿ ਉਹ ਸੱਟਾਂ ਬਹੁਤ ਖਾਂਦੀ ਆ, ਛੋਟੀਆਂ ਛੋਟੀਆਂ ਸੱਟਾਂ ਖਾਂਦੀ ਰਹਿੰਦੀ ਆ। ਸੋ ਉਹ ਮੇਰੇ ਬੇਟੇ ਦੇ ਮੁਕਾਬਲੇ ਉਹ ਬਹੁਤ ਜ਼ਿਆਦਾ ਉਹ ਆ ਗਈ ਉਸ ਤਰੀਕੇ ਦੇ ਨਾਲ। ਸੋ ਅਸੀਂ ਜ਼ਿਆਦਾ ਫੋਕਸ ਕਰਦੇ ਹਾਂ, ਈਵਨ ਸਾਰਾ ਦਿਨ ਘਰ ਹੀ ਹੁੰਦੇ ਆਗੇ, ਵਾਈਫ ਮੇਰੇ ਫੁੱਲ ਟਾਈਮ ਐਟ ਹੋਮ ਹੁੰਦੇ ਆ, ਤੇ ਪਹਿਲਾਂ ਵੀ ਅਸੀਂ ਘਰ ਹੀ ਹੁੰਦੇ ਸੀ। ਅਸੀਂ ਇਹ ਵੀ ਨਹੀਂ ਸੀਗੇ ਨਹੀਂ ਸੀਗੇ, ਬਟ ਅਗੇਨ ਐਕਸੀਡੈਂਟ ਤਾਂ ਐਕਸੀਡੈਂਟਲੀ ਹੁੰਦਾ ਗਾ, ਬਟ ਅਗੇਨ ਵੈਰੀ ਕੇਅਰਫੁਲ ਪੇਰੈਂਟ। ਅਸੀਂ ਬੱਚੇ ਨੂੰ ਵਾਲੀ ਸਾਈਡ ਤਾਂ ਅਸੀਂ ਦੇਖ ਲਈ, ਪਰ ਐਜ਼ ਏ ਡਰਾਈਵਰ ਸੋ ਮੈਨੂੰ ਇਹ ਲੱਗਦਾ ਗਾ ਕਿ ਤੁਸੀਂ ਜਦੋਂ ਤੁਰੇ ਹੋ, ਤੁਸੀਂ ਗੱਡੀ ਦੇ ਆਲੇ ਦੁਆਲੇ ਇੱਕ ਗੇੜਾ ਜ਼ਰੂਰ ਦੇ ਲਓ, ਤੇ ਉਹ ਗੱਡੀ ਦੇ ਆਲੇ ਦੁਆਲੇ ਗੇੜਾ ਦੇ ਕੇ ਉਸ ਤੋਂ ਬਾਅਦ ਜਦੋਂ ਤੁਸੀਂ ਬੈਠੇ ਤੇ ਨਾਲ ਦੀ ਨਾਲ ਤੁਰ ਪਓ ਫਿਰ ਉਦੋਂ। ਤੇ ਇੱਕ ਇਹ ਹੈ, ਤੇ ਦੂਸਰਾ ਇਹ ਹੈ ਕਿ ਜਦੋਂ ਵੀ ਗੱਡੀ ਤੁਸੀਂ ਪਾਰਕਿੰਗ ਦੇ ਵਿੱਚ ਲਾਉਣੇ ਹੋ ਚਾਹੇ ਘਰੇ ਲਾਉਣੇ ਹੋ, ਅਸੀਂ ਚੇਂਜ ਕਰਤਾ। ਤੁਸੀਂ ਆਹ ਗੱਡੀ ਦੇਖੋਗੇ ਕਿ ਮੈਂ ਬੈਕ ਕਰਕੇ ਲਾਈ ਹੋਈ ਹੈ ਇਹ ਗੱਡੀ। ਸੋ ਇਹ ਗੱਡੀ ਸਿੱਧੀ ਵੀ ਮੈਂ ਲਾ ਸਕਦਾ ਸੀ, ਇਹ ਅਸੀਂ ਹੈਬਿਟਸ ਹੀ ਚੇਂਜ ਕਰਤੀਆਂ ਹੁਣ ਤੋਂ, ਕਿ ਜਦੋਂ ਅਸੀਂ ਚੱਲਾਂਗੇ ਤਾਂ ਅਸੀਂ ਬੈਕ ਨਹੀਂ ਕਰਾਂਗੇ, ਜਦੋਂ ਜਾਵਾਂਗੇ ਤਾਂ ਸਿੱਧੇ ਹੀ ਤੁਰ ਪਵਾਂਗੇ, ਸਿੱਧੇ ਰਸਤੇ ਜਾਊਗੀ। ਸੋ ਜਦੋਂ ਵੀ ਤੁਸੀਂ ਕਿਤੇ ਵੀ ਗੱਡੀ ਤੁਸੀਂ ਪਾਰਕ ਕਰਦੇ ਹੋ, ਚਾਹੇ ਪਾਰਕਿੰਗ ਦੇ ਵਿੱਚ, ਪਾਰਕ ਹੀ ਉਸ ਤਰੀਕੇ ਨਾਲ ਕਰੋ ਕਿ ਜਦੋਂ ਤੁਸੀਂ ਤੁਰੋ ਤਾਂ ਤੁਸੀਂ ਸਿੱਧੇ ਤੁਰੋ, ਤਾਂ ਐਕਸੀਡੈਂਟ ਦੇ ਇੱਦਾਂ ਦੇ ਐਕਸੀਡੈਂਟ ਦੇ ਅਣਹੋਣੀ ਦੇ ਚਾਂਸਸ ਜਿਹੜੇ ਘੱਟ ਹੋ ਸਕਦੇ। ਬਿਲਕੁਲ, ਪਰਮਾਤਮਾ ਲੰਮੀਆਂ ਉਮਰਾਂ ਕਰੇ ਨਿਆਣਿਆਂ ਦੀਆਂ, ਬਹੁਤ ਬਹੁਤ ਪਿਆਰ ਉਮੀਦ ਨੂੰ ਵੀ। ਤੇ ਹੋਰ ਕੋਈ ਗੱਲਬਾਤ ਜੇ ਕੋਈ ਰਹਿ ਗਈ ਹੋਵੇ ਕੋਈ? ਬਿਲਕੁਲ ਇਹੀ ਹੈ ਜੀ, ਬੱਚੇ ਸਭ ਦੇ ਹੁੰਦੇ ਨੇ ਜੀ, ਰੱਬ ਦੇ ਰੂਪ ਹੁੰਦੇ ਨੇ, ਔਰ ਜ਼ਿੰਦਗੀ ਤਾਂ ਖੈਰ ਦਿੱਤੀ ਹੁੰਦੀ ਆ ਕੁਦਰਤ ਨੇ ਜਿੰਨੀ ਸਾਨੂੰ, ਅਸੀਂ ਆਪਦੇ ਵੱਲੋਂ ਆਪਣਾ ਜ਼ੋਰ ਪੱਲਾ ਮਾਰਦੇ ਰਹਿੰਦੇ ਹਾਂ। ਬਟ ਇਹ ਹੈਗਾ ਕਿ ਧਿਆਨ ਰੱਖੋ ਆਪਣੇ ਬੱਚਿਆਂ ਦਾ, ਬਿਲਕੁਲ, ਔਰ ਦੂਜੇ ਦੇ ਬੱਚਿਆਂ ਦਾ ਵੀ। ਸਾਰੇ ਬੱਚੇ ਸਭ ਦੇ ਸਾਂਝੇ ਨੇ ਜੀ, ਬਿਲਕੁਲ। ਔਰ ਡਰਾਈਵਿੰਗ ਵੇਲੇ ਕਾਫੀ ਸਾਰਾ ਖਿਆਲ ਰੱਖੋ। ਕੱਲ੍ਹ ਹੀ ਮੈਂ ਸਿਟੀ ਦੇ ਵਿੱਚ ਨੌਜਵਾਨ ਮੁੰਡਿਆਂ ਨੂੰ ਜੀਪ ਦੇ ਵਿੱਚ ਜਾਂਦਿਆਂ ਦੇਖਿਆ, ਔਰ ਬਹੁਤ ਉੱਚੀ ਦੇ ਨੇ ਚੀਕਾਂ ਮਾਰਦੇ ਜਾ ਰਹੇ ਸਨ। ਇਸ ਸਬਜੈਕਟ ਨਾਲ ਤਾਂ ਨਹੀਂ ਰਿਲੇਟਡ, ਬਟ ਮੇਰੇ ਨਾਲ ਲਾਈਟ 'ਤੇ ਇੱਕ ਖੜਾ ਗੋਰਾ, ਤੇ ਉਸਨੇ ਜੋ ਵਰਡ ਯੂਜ਼ ਕਰੇ ਮੈਂ ਕੈਮਰੇ 'ਤੇ ਯੂਜ਼ ਨਹੀਂ ਕਰ ਸਕਦਾ। ਸੋ ਮੈਨੂੰ ਗੋਰੇ 'ਤੇ ਵੀ ਗੁੱਸਾ ਆਇਆ ਤੇ ਆਪਣੇ ਬੱਚਿਆਂ 'ਤੇ ਵੀ ਗੁੱਸਾ ਆਇਆ। ਸੋ ਸਾਨੂੰ ਆਪਣੇ ਬਿਹੇਵੀਅਰ ਦੇ ਉੱਪਰ
ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਬਿਲਕੁਲ ਸੋ ਤਾਂ ਜੋ ਅਸੀਂ ਇੱਕ ਵਧੀਆ ਇਮੇਜ ਬਣਾ ਸਕੀਏ। ਬਿਲਕੁਲ। ਤੇ ਮੈਨੂੰ ਆਸ ਹੈ ਜੀ ਕਿ ਸਾਰੇ ਦੋਸਤਾਂ ਨੇ ਇਸ ਸਾਰੀ ਸਿਚੁਏਸ਼ਨ ਨੂੰ ਸਮਝਿਆ ਹੋਣਾ ਤੇ ਜਿਹੜਾ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਉਸ ਮੈਸੇਜ ਨੂੰ ਵੀ ਉਹਨਾਂ ਨੇ ਪਿਕ ਕਰ ਲਿਆ ਹੋਣਾ। ਤੇ ਰੋਬੀ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ।